ਜੈ ਮਸੀਹ ਦੀ ਪ੍ਰੇਜ ਲੋਰਡ ਜਿੰਦਾ ਪਰਮੇਸ਼ਰ ਚੈਨਲ ਦੇ ਵਿੱਚ ਮੈਂ ਤੁਹਾਨੂੰ ਜੀ ਆਇਆਂ ਕਹਿੰਦੀ ਹਾਂ। ਆਮੇਨ। ਅੱਜ ਦੇਖੋ ਕਿੰਨਾ ਪਿਆਰਾ ਮੌਸਮ ਹੈ, ਬਹੁਤ ਪਿਆਰੀ ਧੁੱਪ ਚੜੀ ਹੈ, ਪਰ ਠੰਡੀ ਹੈਗੀ ਹੈ। ਨੈਵਰ ਮਾਈਂਡ। ਧੰਨਵਾਦ ਕਰਦੇ ਹਾਂ, ਸ਼ੁਕਰਗੁਜ਼ਾਰ ਕਰਦੇ ਹਾਂ ਕਿ ਪਰਮੇਸ਼ਰ ਸਾਨੂੰ ਮਿੱਠੀ ਨੀਂਦ ਦਿੰਦਾ ਹੈ, ਨਵਾਂ ਦਿਨ ਦਿੰਦਾ ਹੈ। ਫਿਰ ਪਰਮੇਸ਼ਰ ਸਾਨੂੰ ਦੁਨੀਆ ਦੀਆਂ ਕੌਮ ਦੇ ਜਦੋਂ ਆਪਾਂ ਨਿਊਜ਼ ਦੇਖਦੇ ਹਾਂ ਟੈਲੀਵਿਜ਼ਨ ਤੇ, ਕਿੰਨੇ ਨਿਊਜ਼ ਇੰਡੀਆ ਦੇ ਹੋਰ ਕੰਟਰੀਆਂ ਦੇ ਨਿਊਜ਼ ਆਉਂਦੇ ਹੈ। ਤੇ ਮੇਰੇ ਭੈਣੋ ਔਰ ਭਰਾਵੋ, ਮੈਂ ਉਸ ਗੱਲ ਦੇ ਲਈ ਇਸ ਲਈ ਸ਼ੇਅਰ ਕਰ ਰਹੀ ਹਾਂ ਕਿ ਪੰਜਾਬ 'ਚ ਤੇ ਇੰਡੀਆ 'ਚ ਜਨਾਹਕਾਰੀ ਬਹੁਤ ਜ਼ਿਆਦਾ ਰੇਪ ਦੇ ਕੇਸਿਸ ਦੇਖਣ ਨੂੰ ਮਿਲਦੇ ਆ ਨਿਊਜ਼ ਵਿੱਚ। ਅੱਜ ਵੀ ਨਿਊਜ਼ ਵਿੱਚ ਕੇਸ ਸੀ ਕਿ ਇੱਕ ਗੈਂਗਸ ਰੇਪ ਹੋਇਆ ਹੈ ਇੰਡੀਆ ਵਿੱਚ। ਪਤਾ ਨਹੀਂ, ਮੈਂ ਸ਼ਹਿਰ ਤਾਂ ਨਹੀਂ ਦੇਖਿਆ, ਪਰ ਮੈਂ ਨਿਊਜ਼ ਦੇਖ ਰਹੀ ਸੀ ਪੰਜਾਬੀ ਦੇ ਵਿੱਚ ਉੱਥੇ ਆਪਣੇ ਇੰਡੀਆ ਚੈਨਲ 'ਚ। ਤੇ ਸੋਚਿਆ ਜਾਏ ਨਾ ਤੇ ਇਹ ਜਿਹੜੀਆਂ ਜਨਾਹਕਾਰੀਆਂ ਨੇ, ਇਹ ਜੋ ਵੀ ਕੁਛ ਭੁਚਾਲ ਆ ਰਿਹਾ ਹੈ, ਟਰਬਲਸ ਆ ਰਿਹਾ ਹੈ, ਲੋਕੀ ਡਿਸਟਰੋਏ ਹੋ ਰਿਹਾ ਹੈ, ਲੋਕੀ ਘਰਾਂ ਦੇ ਵਿੱਚ ਕਈ ਜਗ੍ਹਾ ਤੇ ਬਾਹਰ ਡਿਸਟਰੋਏ ਹੋ ਰਿਹਾ ਹੈ, ਫੈਮਲੀਆਂ 'ਚ ਡਿਸਟਰੋਏ ਹੋ ਰਿਹਾ ਹੈ, ਬੱਚੇ ਡਿਸਟਰੋਏ ਹੋ ਰਹੇ ਹੈ। ਔਰ ਜਨਾਹਕਾਰੀਆਂ ਲਾਸ਼ ਦੀ ਸਰਪਿਲਟ, ਜਾਦੂਗਰ ਦੀ ਸਰਪਿਲਟ ਇੰਨੀ ਜ਼ਿਆਦਾ ਵੱਧ ਗਈ ਹੈ, ਇੰਨੀ ਜ਼ਿਆਦਾ ਵੱਧ ਗਈ ਹੈ, ਕੋਈ ਅੰਤ ਹੀ ਨਹੀਂ ਰਿਹਾ ਇਨਸਾਨ ਦੇ ਵਿੱਚ। ਦੁਨੀਆ ਦੇ ਵਿੱਚ ਕਿਸੇ ਚੀਜ਼ ਦਾ ਅੰਤ ਨਹੀਂ ਰਿਹਾ। ਬਸ ਹੁਣ ਤਾਂ ਦੁਨੀਆ ਇੱਕ ਦੂਸਰੇ ਨੂੰ ਇਸ ਤਰ੍ਹਾਂ ਦੇਖਦੇ ਆ ਕਿ ਜਿੱਦਾਂ ਹੁਣ ਅਸੀਂ ਇੱਕ ਦੂਸਰੇ ਨੂੰ ਖਾ ਜਾਈਏ ਜਾਂ ਮਾਰ ਦਈਏ। ਪਰ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਜਿਹੜੇ ਮਸੀਹ ਭੈਣ ਭਰਾ ਹੈ, ਜੋ ਪਰਮੇਸ਼ਰ ਨੂੰ ਮੰਨਦੇ ਆ, ਜੋ ਜਿੰਦਾ ਪਰਮੇਸ਼ਰ ਯਿਸੂ ਮਸੀਹ ਨੂੰ ਮੰਨਦੇ ਆ, ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਹਜੇ ਵੀ ਲਾਈਟ ਹੈ। ਜਿੱਦਾਂ ਕਿ ਪਰਮੇਸ਼ਰ ਨੇ ਜਦੋਂ ਮਿਸਰ ਦੇ ਰਾਜੇ ਨੂੰ ਸਜ਼ਾ ਦਿੱਤੀ ਸੀ, ਉਹਦੀ ਮਿਸਰੀਆਂ ਨੂੰ ਇੰਨੀ ਜ਼ਿਆਦਾ ਸਜ਼ਾ ਦਿੱਤੀ ਸੀ, ਜੇ ਤੁਸੀਂ ਬਾਈਬਲ 'ਚ ਪੜ੍ਹੋ ਤਾਂ। ਤੇ ਉਹਨੇ ਇਸਰਾਏਲੀਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਉਸ ਟਾਈਮ ਤੇ ਰਾਤ ਸੀ ਜਿਹੜੀ ਚਾਨਣ ਨਾਲ ਹੀ ਰੱਖਿਆ। ਜਦੋਂ ਮਿਸਰੀਆਂ ਨੇ ਇਸਰਾਏਲੀਆਂ ਨੂੰ ਟਰਬਲ ਕੀਤਾ ਸੀ, ਯਾਕੂਬ ਦੇ ਪਰਿਵਾਰਾਂ ਨੂੰ, 12 ਗੋਤਾਂ ਨੂੰ, ਤੇ ਉਸ ਟਾਈਮ ਤੇ ਪਰਮੇਸ਼ਰ ਨੇ ਆਪਣੀ ਲਾਈਟ ਇਸਰਾਏਲੀਆਂ ਤੋਂ ਨਹੀਂ ਹਟਾਈ ਸੀ। ਔਰ ਪਰਮੇਸ਼ਰ ਨੇ ਮਿਸਰ ਦੇ ਰਾਜੇ ਨੂੰ ਡੱਡੂਆਂ ਨਾਲ, ਜੂਆਂ ਨਾਲ, ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ, ਕਈ ਤਰ੍ਹਾਂ ਦੀਆਂ ਮੱਖੀਆਂ ਨਾਲ, ਕਈ ਤਰ੍ਹਾਂ ਦੀਆਂ ਚੀਜ਼ਾਂ ਨਾਲ ਉਹਨਾਂ ਨੂੰ ਬਿਮਾਰੀਆਂ ਭੇਜੀਆਂ। ਪਰ ਫਿਰ ਵੀ ਮਿਸਰ ਦੇ ਰਾਜੇ ਫਰੋਤ ਨੇ, ਮਿਸਰੀਆਂ ਨੇ ਇਸਰਾਏਲੀਆਂ ਨੂੰ ਬੜਾ ਦੁੱਖ ਦਿੱਤਾ, ਬਹੁਤ ਜ਼ਿਆਦਾ ਤਕਲੀਫ ਦਿੱਤੀ। ਤੇ ਜਦੋਂ ਤੁਸੀਂ ਬਾਈਬਲ ਪੜ੍ਹੋ ਜਾਂ ਤੁਸੀਂ ਸਰਚ ਕਰੋ, ਤੁਹਾਨੂੰ ਉਹਦੇ 'ਚ ਪਤਾ ਲੱਗਦਾ ਹੈ ਕਿ ਦੁਨੀਆ ਦੇ ਵਿੱਚ ਇਹ ਜੋ ਕੁਛ ਹੁਣ ਹੋ ਰਿਹਾ, ਇਹ ਤਾਂ ਹਜੇ ਕੁਛ ਨਹੀਂ ਹੈਗਾ, ਹਜੇ ਤਾਂ ਬਹੁਤ ਕੁਛ ਹੋਣਾ ਹੈ। ਬਹੁਤ ਚੀਜ਼ਾਂ ਐਸੀਆਂ ਹੋਣੀਆਂ ਨੇ ਕਿ ਤੁਹਾਨੂੰ ਸੋਚਣ ਵੀ ਨਹੀਂ, ਸੋਚ 'ਚ ਵੀ ਨਹੀਂ ਆਉਣਾ ਔਰ ਸਮਝ 'ਚ ਵੀ ਆਉਣਾ ਕਿ ਇਹ ਚੀਜ਼ਾਂ ਕੀ ਹੋ ਰਹੀਆਂ ਨੇ। ਅਗਰ ਤੁਸੀਂ ਬਾਈਬਲ ਨੂੰ ਸਟੱਡੀ ਨੂੰ ਸਰਚ ਕਰੋ, ਤੁਹਾਨੂੰ ਜ਼ਰੂਰ ਮਿਲੇਗਾ। ਕਿਉਂਕਿ ਮੇਰੇ ਘਰ ਦੇ ਵਿੱਚ ਕੱਲ ਤੇ ਜਸਟਰਡੇ ਤੇ ਬਿਫੋਰ ਜਸਟਰਡੇ ਕਾਫੀ ਬੱਚੇ ਦੀ ਇੱਕ ਪ੍ਰੋਬਲਮ ਪੈ ਗਈ ਸੀਗੀ। ਕੱਲ ਮੈਂ ਬਹੁਤ ਜ਼ਿਆਦਾ ਅਪਸੈਟ ਸੀ, ਬਹੁਤ ਜ਼ਿਆਦਾ ਉਦਾਸ ਸੀ। ਮੇਰੇ ਫੈਮਿਲੀ ਫਰੈਂਡ ਕਪਲਸ, ਜੋ ਮੈਂ ਤੁਹਾਨੂੰ ਹਮੇਸ਼ਾ ਯੂਜ਼ ਦੱਸਦੀ ਨੇ ਕਿ ਸਾਡੀ ਅੱਛੀ ਫੈਮਿਲੀ ਫਰੈਂਡਸ ਰਿਲੇਸ਼ਨ ਅੱਛੇ ਹੈ। ਤੇ ਜਦੋਂ ਤੁਹਾਡੇ ਕੋਈ ਕੋਲ ਬਹੁਤ ਸਾਰਾ ਕਲੋਜ਼ ਕੋਈ ਭੈਣ ਜਾਂ ਭਾਈ ਜਾਂ ਕੋਈ ਤੁਹਾਡੇ ਫੈਮਿਲੀ ਫਰੈਂਡਸ ਹੁੰਦੇ ਆ, ਤੁਹਾਡਾ ਰੋਣਾ ਆਟੋਮੈਟਿਕਲੀ ਨਿਕਲ ਜਾਂਦਾ ਹੈ। ਕਿਉਂਕਿ ਉਹਨਾਂ ਨੇ ਤੁਹਾਡੇ ਪਾਸ ਤੁਹਾਡੀ ਤਕਲੀਫਾਂ ਨੂੰ ਦੇਖਿਆ ਹੁੰਦਾ ਹੈ। ਬਹੁਤ ਸਾਰੇ ਲੋਕ ਹੁੰਦੇ ਆ ਜਿਹੜੇ ਕਿ ਤੁਹਾਡੇ ਪਾਸ ਨੂੰ ਜਾਂ ਤੁਹਾਡੀ ਤਕਲੀਫ ਨੂੰ ਦੇਖ ਕੇ ਮਜ਼ਾਕ ਉਡਾਉਂਦੇ ਆ। ਪਰ ਉਸ ਫੈਮਿਲੀ ਨੇ ਮੈਨੂੰ ਇਹੀ ਕਿਹਾ ਕਿ ਤੇਰਾ ਇੰਨਾ ਫੇਥ ਹੈ, ਇੰਨਾ ਬਲੀਵ ਹੈ। ਪਰ ਮੇਰਾ ਰੋਣਾ ਕਿਸ ਚੀਜ਼ ਲਈ ਆ ਰਿਹਾ ਸੀ? ਕਿ ਮੇਰਾ ਰੋਣਾ ਇਸ ਲਈ ਆ ਰਿਹਾ ਸੀ ਕਿ ਜੋ ਸ਼ੈਤਾਨ ਮੇਰੇ ਤੇ ਅਟੈਕ ਜਾਂ ਮੇਰੇ ਬੱਚਿਆਂ ਤੇ ਅਟੈਕ ਕਰਦਾ ਪਿਆ ਹੈ, ਉਹ ਨਹੀਂ ਚਾਹੁੰਦਾ ਕਿ ਮੈਂ ਪਰਮੇਸ਼ਰ ਦੇ ਵਚਨਾਂ ਨੂੰ ਤੁਹਾਡੇ ਤੱਕ ਨਾ ਰਿਲੀਜ਼ ਕਰਾਂ। ਉਹ ਨਹੀਂ ਚਾਹੁੰਦਾ ਕਿ ਮੈਂ ਪਰਮੇਸ਼ਰ ਦੇ ਨਾਂ ਨੂੰ ਜਲਾਲ ਦਿਆਂ, ਜਿੰਦਾ ਪਰਮੇਸ਼ਰ ਯਿਸੂ ਮਸੀਹ ਦੇ ਨਾਂ ਨੂੰ ਜਲਾਲ ਦਿਆਂ। ਕਿਉਂਕਿ ਜਿੰਨੀ ਦੇਰ ਤੱਕ ਮੇਰੀ ਜ਼ਿੰਦਗੀ ਹੈ, ਮੇਰੇ 'ਚ ਸਾਹ ਹੈਗਾ, ਮੈਂ ਪਰਮੇਸ਼ਰ ਨੂੰ ਸਰਵ ਕਰਦੇ ਰਹਿਣਾ ਹੈ। ਚਾਹੇ ਆਂਦੀ ਆਏ, ਚਾਹੇ ਤੂਫਾਨ ਆਏ, ਚਾਹੇ ਕੁਛ ਵੀ ਆ ਜਾਏ, ਨੇਰੀ ਝੱਖੜ ਤੋਂ ਮੈਂ ਨਹੀਂ ਡਰਦੀ, ਫੈਮਿਲੀ ਬੱਚਿਆਂ ਤੋਂ, ਪਰਿਵਾਰ ਤੋਂ ਮੈਂ ਨਹੀਂ ਡਰਦੀ। ਕਿਉਂਕਿ ਮੈਨੂੰ ਪਤਾ ਹੈ ਕਿ ਮੇਰੇ ਜਿੰਦਾ ਪਰਮੇਸ਼ਰ ਨੇ ਵਾਅਦਾ ਕੀਤਾ ਹੈ ਕਿ ਉਹ ਮੈਨੂੰ ਸ਼ਰਮਿੰਦਾ ਔਰ ਲੱਜਿਆਵਾਨ ਨਹੀਂ ਹੋਣ ਦੇਗਾ। ਤੇ ਇਸ ਲਈ ਨੈਚੁਰਲੀ ਇਨਸਾਨ ਹਿਊਮਨ ਵਿਊ ਹੈਗਾ, ਅਸੀਂ ਹਿਊਮਨ ਪਾਪੀ ਦੁਨੀਆ 'ਚ ਰਹਿੰਦੇ ਹਾਂ। ਨੈਚੁਰਲੀ ਸਾਡਾ ਕਈ ਨਾ ਕਈ ਦਫਾ ਅਸੀਂ ਵੀਕ ਹੋ ਜਾਂਦੇ ਹਾਂ, ਸਾਨੂੰ ਆਟੋਮੈਟਿਕਲੀ ਰੋਣਾ ਫੈਮਿਲੀ 'ਚ ਆ ਜਾਂਦਾ ਹੈ। ਤੇ ਜੇ ਦੇਖਿਓ ਕਿ ਅਸੀਂ ਪਰਮੇਸ਼ਰ 'ਚ ਵਿਸ਼ਵਾਸ ਰੱਖਦੇ, ਸਾਨੂੰ ਪਤਾ ਹੈ ਕਿ ਇਹ ਦੁੱਖ ਤਕਲੀਫ ਸਾਡੇ ਲਈ ਥੋੜੇ ਟਾਈਮ ਲਈ ਹੈ, ਜ਼ਿਆਦਾ ਵਕਤ ਲਈ ਨਹੀਂ ਹੈਗੀ। ਔਰ ਸ਼ੈਤਾਨ ਹਮੇਸ਼ਾ ਹਾਰਿਆ ਹੈ ਔਰ ਹਾਰਿਆ ਰਹੇਗਾ।
ਔਰ ਜੋ ਵੀ ਐਨਮੀ ਅਟੈਕ ਕਰਦੀ ਮਸੀਹ ਭੈਣਾਂ ਭਰਾਵਾਂ ਦੇ ਬੱਚਿਆਂ ਤੇ ਜਾਂ ਗੈਰ ਕੌਮ ਤੇ, ਜੋ ਇਨਸਾਨ ਪਰਮੇਸ਼ਰ ਦੀ ਪ੍ਰੈਜ਼ੈਂਟ 'ਚ ਰਹਿੰਦਾ ਹੈ, ਵਿਸ਼ਵਾਸ ਵਿੱਚ ਰਹਿੰਦਾ ਹੈ, ਪ੍ਰਾਰਥਨਾ ਕਰਦਾ ਰਹਿੰਦਾ ਹੈ, ਫਾਸਟਿੰਗ ਕਰਦਾ ਰਹਿੰਦਾ ਹੈ, ਔਰ ਪਰਮੇਸ਼ਰ ਉਸ ਇਨਸਾਨ ਨੂੰ ਕਦੇ ਡਿੱਗਣ ਨਹੀਂ ਦਿੰਦਾ। ਯਾਦ ਰੱਖਣਾ। ਅੱਜ ਦੀ ਮੈਂ ਤੁਹਾਨੂੰ ਪਰਮੇਸ਼ਰ ਦੇ ਵਚਨਾਂ 'ਚ ਥੋੜੇ ਜਿਹੇ ਬਾਈਬਲ ਦੇ ਵਚਨਾਂ 'ਚੋਂ ਰਿਲੀਜ਼ ਕਰਨਾ ਚਾਹੁੰਦੀ ਹਾਂ ਕਿ ਨਮਾਇਆ ਇੱਕ ਸ਼ਹਿਰ ਸੀ ਤੇ ਪਰਮੇਸ਼ਰ ਨੇ ਦੇਖਿਆ ਕਿ ਨਮਾਇਆ ਦੇ ਵਿੱਚ ਬਹੁਤ ਜ਼ਿਆਦੀਆਂ ਪ੍ਰੋਬਲਮ ਸੀ, ਬਹੁਤ ਜ਼ਿਆਦੀਆਂ ਤਕਲੀਫਾਂ ਨੇ, ਲੋਕ ਕੀ ਪਾਪ ਕਰ ਰਹੇ, ਜਨਾਹ ਕਰ ਰਹੇ ਤੇ ਉਹ ਇਹ ਨਹੀਂ ਸੋਚ ਰਹੇ ਕਿ ਉਹ ਕੀ ਕੁਛ ਕਰ ਰਿਹਾ ਹੈ। ਤੇ ਪਰਮੇਸ਼ਰ ਨੇ ਜੋਨਾ ਨੂੰ ਨਵਾਇਆ ਭੇਜਣਾ ਕਿ ਜਾ ਮੇਰੀ ਖੁਸ਼ਖਬਰੀ ਉੱਥੇ ਸੁਣਾ, ਉੱਥੇ ਦੇ ਲੋਕਾਂ ਨੂੰ ਦੱਸ ਕਿ ਪਾਪਾ ਤੋਂ ਬਚ ਜਾਓ, ਮਾਫੀ ਮੰਗ ਲਓ ਔਰ ਤੁਹਾਡਾ ਭਲਾ ਹੋਏਗਾ। ਪਰ ਜੋਨਾ ਨਵਾਇਆ 'ਚ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਪਰਮੇਸ਼ਰ ਕਿਰਪਾਲੂ ਔਰ ਦਿਆਲੂ ਪਰਮੇਸ਼ਰ ਹੈ, ਕਿਉਂਕਿ ਜੋ ਇਨਸਾਨ ਪਰਮੇਸ਼ਰ ਕੋਲੋਂ ਮਾਫੀ ਮੰਗ ਲੈਂਦੇ ਤੇ ਪਰਮੇਸ਼ਰ ਦਇਆਵਾਨ ਹੁੰਦਾ ਹੈ। ਔਰ ਪਰਮੇਸ਼ਰ ਕਹਿੰਦਾ ਹੈ ਕਿ ਜੇ ਤੁਹਾਡੇ ਘਰ 'ਚ ਬੁੱਤ ਪ੍ਰਸਤੀਆਂ ਮੂਰਤੀਆਂ ਵੀ ਨੇ ਨਾ, ਤੁਸੀਂ ਮੇਰੇ ਕੋਲ ਸਵਾਲ ਪੁੱਛੋਗੇ, ਮੈਂ ਤੁਹਾਨੂੰ ਜਵਾਬ ਦਾਂਗਾ। ਇਹ ਰਸੂਲਾਂ ਦੀ ਕਿਤਾਬ 'ਚ ਮੈਂ 3-4 ਦਿਨ ਹੋ ਗਿਆ ਪੜ੍ਹਿਆ ਸੀ। ਤੇ ਫਿਰ ਜਦੋਂ ਜੋਨਾ ਨੇ ਇੱਕ ਸਫ਼ਰ ਜਾਣ ਲਈ ਦੂਸਰੇ ਸ਼ਹਿਰ 'ਤੇ ਜਾਣ ਦਾ ਕਿਰਾਇਆ ਅਦਾ ਕਰਦਾ ਕਿ ਬੇੜੀ 'ਤੇ ਚੜ੍ਹ ਗਿਆ ਤੇ ਬੇੜੀ ਤੂਫਾਨ ਦੇ ਵਿੱਚ, ਖਤਰਿਆਂ ਦੇ ਵਿੱਚ ਡੁੱਬ ਰਹੀ ਸੀ, ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਤੇ ਉਸ ਬੇੜੀ ਦੇ ਵਿੱਚ ਬਹੁਤ ਸਾਰੇ ਲੋਕ ਸੀ ਤੇ ਉਹਨਾਂ ਨੇ ਸੋਚਿਆ ਕਿ ਸਾਨੂੰ ਪੁਰਾਣੇ ਟਾਈਮਾਂ 'ਚ ਕੁਝ ਗੁਨਾਹ ਪਾਉਂਦੇ ਹੁੰਦੇ ਸੀ, ਜੋ ਬਾਈਬਲ 'ਚ ਲਿਖਿਆ ਮੈਂ ਉਹ ਦੱਸ ਰਹੀ ਹਾਂ। ਪੁਰਾਣੇ ਟਾਈਮਾਂ 'ਚ ਲੋਕੀ ਗੁਨਾਹ ਪਾ ਕੇ ਪਤਾ ਕਰਦੇ ਸੀ ਕਿ ਕਿੰਨੇ ਪਾਪ ਕੀਤਾ ਔਰ ਕੌਣ ਪਾਪੀ ਸਾਰੇ ਲੋਕਾਂ 'ਚ। ਤੇ ਯਹੋਨਾ ਤੇ ਗੁਨਾਹ ਪੈ ਗਈਆਂ ਤੇ ਪਰ ਉਹ ਲੋਕ ਡਰਦੇ ਸੀ, ਪਰਮੇਸ਼ਰ ਨੂੰ ਪੁੱਛਦੇ ਸੀ ਅਸੀਂ ਇਸ ਬੰਦੇ ਦੇ ਨਾਲ ਕੀ ਕਰੀਏ। ਤੇ ਜੋਨਾ ਉਸ ਜਿਹੜੀ ਲਹਿਰ ਦੇ ਵਿੱਚ, ਸਮੁੰਦਰ ਦੀ ਲਹਿਰ 'ਚ ਬੇੜੀ ਡੁਬਾ ਰਹੀ ਸੀ, ਗੋਤੇ ਖਾ ਰਹੀ ਸੀਗੀ ਤੇ ਲੋਕਾਂ ਨੇ ਉਹ ਜੋਨਾ ਨੂੰ ਪੁੱਛਿਆ ਤੂੰ ਕੀ ਪਾਪ ਕੀਤਾ ਕਿ ਤੇਰੇ ਖਾਤਰ ਅਸੀਂ ਸਾਰੇ ਮਰ ਜਾਈਏ। ਜੋਨਾ ਨੇ ਕਿਹਾ ਕਿ ਮੈਂ ਕੋਈ ਪਾਪ ਨਹੀਂ ਕੀਤਾ, ਮੈਂ ਪ੍ਰਭੂ ਦਾ ਹੁਕਮ ਨਹੀਂ ਮੰਨਿਆ। ਤੇ ਜਦੋਂ ਉਹਨੇ ਪਰਮੇਸ਼ਰ ਦਾ ਹੁਕਮ ਨਹੀਂ ਮੰਨਿਆ ਤੇ ਲੋਕਾਂ ਨੇ ਕਿਹਾ ਹੁਣ ਸਾਨੂੰ ਪਰਮੇਸ਼ਰ ਮਾਫ ਕਰ ਦੇ। ਜੋਨਾ ਕਹਿੰਦਾ ਹਾਂ ਇੱਕ ਚੀਜ਼ ਹੋ ਸਕਦੀ ਹੈ, ਤੁਸੀਂ ਮੈਨੂੰ ਸਮੁੰਦਰ 'ਚ ਸੁੱਟ ਦਿਓ ਤੇ ਖਤਰਾ ਟਲ ਜਾਏਗਾ। ਤੇ ਲੋਕੀ ਡਰਦੇ ਸੀ ਪਰ ਫਿਰ ਵੀ ਪਰਮੇਸ਼ਰ ਕੋਲ ਉਹਨਾਂ ਨੇ ਕਿਹਾ ਪਰਮੇਸ਼ਰ ਸਾਨੂੰ ਇਹਦੇ ਪਾਪਾਂ ਦੀ ਸਜ਼ਾ ਨਾ ਦੇਣਾ, ਅਸੀਂ ਇਸ ਇਨਸਾਨ ਨੂੰ ਸਮੁੰਦਰ 'ਚ ਸੁੱਟ ਰਹੇ ਹਾਂ। ਜਦੋਂ ਸਮੁੰਦਰ 'ਚ ਜੋ ਉਹਨਾਂ ਨੂੰ ਸੁੱਟ ਦਿੱਤਾ ਤੇ ਪਰਮੇਸ਼ਰ ਨੇ ਇੱਕ ਵੱਡੀ ਸਾਰੀ ਮੱਛੀ ਤਿਆਰ ਕੀਤੀ, ਫਿਸ਼, ਵੱਡੀ ਸਾਰੀ ਮੱਛੀ। 3 ਦਿਨ ਔਰ 3 ਰਾਤਾਂ ਯਹੋਨਾ ਮੱਛੀ ਦੇ ਢਿੱਡ ਦੇ ਵਿੱਚ ਰਿਹਾ। ਕਿੰਨੀ ਗੰਦੀ ਮੱਛੀ ਦੀ ਸਮੈਲ ਆਉਂਦੀ ਹੈ, ਅਸੀਂ ਵੀ ਖਾਂਦੇ ਹਾਂ, ਮੇਰਾ ਪਰਿਵਾਰ ਵੀ ਖਾਂਦਾ ਹੈ, ਪਰ ਜਦੋਂ ਮੱਛੀ ਲੈ ਕੇ ਆਉਂਦੇ ਨੇ ਲੋਕ ਜਾਂ ਉਹਦੇ 'ਚ ਸਮੈਲ ਹੁੰਦੀ ਹੈ, ਬੜੀ ਕਰੀਚ ਜੀ ਆਉਂਦੀ ਹੈ, ਬੜੀ ਸਮੈਲ ਜੀ ਆਉਂਦੀ ਹੈ। ਫਿਰ ਲੋਕੀ ਨਮਕ ਨਾਲ, ਲੈਮਨ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਕਲੀਨ ਕਰਦੇ ਆ ਤਾਂ ਕਰਕੇ ਕਿ ਫਿਸ਼ 'ਚ ਸਮੈਲ ਚਲੀ ਜਾਏ। ਫਿਰ ਯਹੋਨਾ ਨੇ ਜਦੋਂ 3 ਦਿਨ 3 ਰਾਤ ਮੱਛੀ ਦੇ ਢਿੱਡ ਦੇ ਵਿੱਚ ਰਿਹਾ ਤੇ ਉਹਨੂੰ ਸਾਹ ਲੈਣਾ ਬਹੁਤ ਮੁਸ਼ਕਲ ਹੋ ਰਿਹਾ ਸੀ। ਫਿਰ ਉਹਨੇ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕੀਤੀ ਕਿ ਪਰਮੇਸ਼ਰ ਮੈਨੂੰ ਮਾਫ ਕਰ ਦੇ, ਮੈਨੂੰ ਇਸ ਮੁਸੀਬਤ ਤੋਂ ਬਾਹਰ ਕੱਢੋ। ਤੇ ਫਿਰ ਪਰਮੇਸ਼ਰ ਨੇ ਮੱਛੀ ਨੂੰ ਹੁਕਮ ਦਿੱਤਾ, ਉਹਨੇ ਮੱਛੀ ਨੂੰ ਯਹੋਨਾ ਨੂੰ ਸਮੁੰਦਰ ਦੇ ਕਿਨਾਰੇ ਤੇ ਉਗਲ ਦਿੱਤਾ, ਬਾਹਰ ਕੱਢ ਦਿੱਤਾ। ਫਿਰ ਪਰਮੇਸ਼ਰ ਦੇ ਬੰਦੇ ਜੋਨਾ ਨੇ ਮਾਫੀ ਮੰਗ ਕੇ ਤੇ ਫਿਰ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਕੀਤੀ। ਫਿਰ ਉਹ ਨਮਾਇਆ 'ਚ ਗਿਆ। ਨਮਾਇਆ ਇੱਕ ਸ਼ਹਿਰ ਸੀ ਔਰ ਸਾਰੀ ਦੁਨੀਆ ਪਾਪਾਂ ਨਾਲ ਭਰੀ ਹੋਈ ਸੀ। ਮੇਰੇ ਕਹਿਣ ਦਾ ਭਾਵ ਇਹ ਹੈਗਾ ਕਿ ਜੋ ਮੈਂ ਤੁਹਾਨੂੰ ਵਚਨ ਬਾਈਬਲ 'ਚ ਦੱਸਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਬਾਈਬਲ ਖਰੀਦੋ ਔਰ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਪੜ੍ਹੋ ਔਰ ਦੇਖੋ ਵਚਨਾਂ 'ਚ ਕੀ ਲਿਖਿਆ ਹੈ। ਜਦੋਂ ਇਨਸਾਨ ਨੂੰ ਪਤਾ ਹੈ ਕਿ ਜਿੰਦਾ ਪਰਮੇਸ਼ਰ ਜੀਸਸ ਨੇ ਸਾਡੇ ਪਾਪਾਂ ਦੇ ਲਈ ਅਰਥ ਤੇ ਆਏ ਸੀ ਸਵਰਗਾਂ ਤੋਂ, ਤੇ ਸਾਨੂੰ ਉਹਨਾਂ ਦੇ ਹੁਕਮ ਦੀ ਪਾਲਣਾ ਵਸ਼ ਕਰਨੀ ਚਾਹੀਦੀ ਹੈ। ਬਹੁਤ ਸਾਰੇ ਮਸੀਹ ਬ੍ਰਦਰ ਸਿਸਟਰ ਹੈਗੇ ਹੈ, ਕਮਜ਼ੋਰ ਹੈ, ਵੀਕ 'ਚ ਕਮਜ਼ੋਰ ਹੈ। ਮੈਂ ਵੀ ਇਨਸਾਨ ਹਾਂ, ਕਦੀ ਮੈਂ ਵੀ ਕਮਜ਼ੋਰ ਹੋ ਜਾਂਦੀ ਹਾਂ ਔਰ ਮੈਂ ਆਪਣੇ ਦੁੱਖ ਤਕਲੀਫ ਆਪਣੀ ਨੂੰਹ ਅੱਗੇ ਸ਼ੇਅਰ ਕਰ ਦਿੰਦੀ ਹੁੰਦੀ ਹਾਂ ਔਰ ਰੋ ਲੈਂਦੀ ਹੁੰਦੀ ਹਾਂ। ਫਿਰ ਮੈਨੂੰ ਮੇਰੀ ਨੂੰਹ ਇਹੀ ਦੱਸ ਦਿੰਦੀ ਮੰਮੀ ਤੂੰ ਉਹ ਵਚਨ ਪੜ੍ਹ ਜਿਹੜੇ ਤੂੰ ਮੈਨੂੰ ਦੱਸ ਰਹੀ ਸੀ। ਮੰਮੀ ਹਜੇ ਕਿ ਉਹ ਬਲੀਵਰ ਨਹੀਂ, ਪਰ ਫਿਰ ਵੀ ਮੈਨੂੰ ਵਚਨਾਂ ਦੇ ਲਈ ਪਰਮੇਸ਼ਰ ਦਾ ਦਰਵਾਜ਼ਾ ਮੇਰੇ ਘਰ 'ਚ ਖੁੱਲ੍ਹਿਆ ਹੈ। ਉਹ ਮੈਨੂੰ ਗਾਈਡੈਂਸ ਦਿੰਦੇ ਜਿੰਦਾ ਪਰਮੇਸ਼ਰ ਯਿਸੂ ਮਸੀਹ ਦੇ ਨਾਂ 'ਚ, ਆਮੀਨ। ਫਿਰ ਮੈਂ ਜਦੋਂ ਵਚਨ ਪੜ੍ਹਦੀ ਹਾਂ ਤੇ ਮੇਰੇ ਦਿਲ ਦੇ ਵਿੱਚ ਥੋੜੀ ਪੀਸ ਆਉਂਦੀ ਹੈ। ਫਿਰ ਮੈਂ ਕਹਿੰਦੀ ਹਾਂ ਪਰਮੇਸ਼ਰ ਜੋ ਬੱਚੇ ਤੂੰ ਮੈਨੂੰ ਦਿੱਤੇ ਨੇ ਮੈਂ ਉਹਨਾਂ ਨੂੰ ਨਹੀਂ ਸੰਭਾਲ ਸਕਦੀ,
ਮੈਂ ਉਹਨਾਂ ਨੂੰ ਤੇਰੇ ਹੱਥਾਂ 'ਚ ਉਠਾਉਂਦੀ ਹਾਂ ਇਨ ਜੀਸਸ ਨੇਮ, ਆਮੀਨ ਆਮੀਨ। ਥੋੜੇ ਚਿਰ ਲਈ ਅਸੀਂ ਵੀਕ ਔਰ ਕਮਜ਼ੋਰ ਹੁੰਦੇ ਹਾਂ, ਔਰ ਕੁਝ ਮਸੀਹ ਭੈਣ ਭਰਾ ਇੰਨੇ ਜ਼ਿਆਦਾ ਵੀਕ ਔਰ ਕਮਜ਼ੋਰ ਹੁੰਦੇ ਹੈ ਕਿ ਜਦੋਂ ਉਹਨਾਂ ਦੇ ਵਿੱਚ ਮੁਸੀਬਤਾਂ ਜਾਂ ਕੋਈ ਟੈਂਪਟੇਸ਼ਨ ਆ ਜਾਂਦੇ ਨੇ, ਜਾਂ ਕੋਈ ਫਾਈਨੈਂਸ਼ੀਅਲ ਦੀ ਪ੍ਰੋਬਲਮ ਆ ਜਾਂਦੀ, ਜਾਂ ਕੋਈ ਵੀ ਪ੍ਰੋਬਲਮ ਆਉਂਦੀ, ਉਹ ਗਿਰ ਜਾਂਦੇ ਹੈ। ਮਸਟ ਵੀ ਉਹਨਾਂ ਨੂੰ ਵਿਸ਼ਵਾਸ ਔਰ ਭਰੋਸਾ ਪਰਮੇਸ਼ਰ ਤੇ ਰੱਖਣਾ ਚਾਹੀਦਾ ਹੈ, ਕਿਉਂਕਿ ਪਰਮੇਸ਼ਰ ਕਿਰਪਾਲੂ ਔਰ ਦਿਆਲੂ ਪਰਮੇਸ਼ਰ ਹੈ। ਕਿਉਂਕਿ ਉਹਨੇ ਵਾਅਦਾ ਕੀਤਾ ਹੈ ਕਿ ਮੇਰੇ ਕੋਲ ਮੰਗੋ ਮੈਂ ਤੁਹਾਨੂੰ ਪੀਸ ਦਿਆਂਗਾ, ਮੇਰੇ ਕੋਲ ਮੰਗੋ ਜੇ ਤੁਹਾਡੇ ਕੋਲ ਨੇਚਾ 'ਚ ਕਮੀ ਮੈਂ ਤੁਹਾਨੂੰ ਨੇਚਾ ਦਿਆਂਗਾ, ਮੇਰੇ ਕੋਲ ਮੰਗੋ ਮੈਂ ਤੁਹਾਨੂੰ ਪਵਿੱਤਰ ਆਤਮਾ ਹੋਲੀ ਸਪਿਰਿਟ ਨਾਲ ਬਪਤਿਸਮਾ ਦਾਂਗਾ, ਆਮੀਨ। ਜਦੋਂ ਜਿੰਦਾ ਪਰਮੇਸ਼ਰ ਜੀ ਸਵਰਗਾਂ ਵੱਲ ਨੂੰ ਜਾਣ ਵਾਲੇ ਸੀਗੇ, ਆਪਣੀ ਕੁਰਬਾਨੀ ਤੋਂ ਪਹਿਲੇ ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਮੈਂ ਹੁਣ ਇਸ ਧਰਤੀ ਦਾ ਨਹੀਂ, ਔਰ ਤੁਸੀਂ ਇਸ ਧਰਤੀ ਦੇ ਵਿੱਚ ਰਹਿੰਦੇ ਹੋ, ਔਰ ਤੁਸੀਂ ਮੇਰੇ ਨਾਲ ਬਲੋਚ ਹੋ। ਮੇਰੇ ਪਿਤਾ ਕੋਲੋਂ ਮੰਗਣਾ ਤੁਹਾਨੂੰ ਪਵਿੱਤਰ ਆਤਮਾ ਮਦਦ ਕਾਟ ਦੇਗਾ। ਔਰ ਮਸੀਹ ਭੈਣਾਂ ਭਰਾਵਾਂ ਨੂੰ ਮਸਵੀ ਯਾਦ ਰੱਖਣਾ ਚਾਹੀਦਾ ਹੈ ਕਿ ਸ਼ੈਤਾਨ ਨੂੰ ਖੁਸ਼ ਕਰਨ ਦਾ ਮੌਕਾ ਨਾ ਦੇਵੋ। ਉਹ ਗਿਰਿਆ ਹੈ, ਅਸਮਾਨ ਤੋਂ ਗਿਰਿਆ, ਉਹ ਸਾਡੇ ਪੈਰਾਂ ਦੇ ਅੰਡਰ ਹੈ, ਫੀਟ ਅੰਦਰ ਹੈ, ਇਨ ਜੀਸਸ ਨੇਮ, ਆਮੀਨ। ਮੈਂ ਬਹੁਤ ਖੁਸ਼ ਹਾਂ ਕਿ ਜੋ ਮੇਰੀ ਫੈਮਿਲੀ ਮੇਰੇ ਸਾਹਮਣੇ ਕੱਲ ਬੈਠੀ ਸੀ, ਉਹ ਮੈਨੂੰ ਦਲਾਸਾ ਦੇ ਰਹੀ ਸੀਗੀ ਤੇ ਇੱਦਾਂ, ਪਰ ਮੈਂ ਆਪਣੇ ਦਿਲ 'ਚ ਦੁੱਖ ਤਾਂ ਮਹਿਸੂਸ ਕਰਦੀ ਸੀ, ਪਰ ਦਿਲ 'ਚ ਹੱਸ ਵੀ ਰਹੀ ਸੀ ਕਿ ਇਸ ਫੈਮਿਲੀ ਨੂੰ ਮੈਂ ਕਿੱਦਾਂ ਸਮਝਾਵਾਂ ਕਿ ਮੇਰਾ ਵਿਸ਼ਵਾਸ ਮੇਰੇ ਜਿੰਦਾ ਪਰਮੇਸ਼ਰ ਨਾਲ ਹੈ। ਉਹ ਮੈਨੂੰ ਇਕੱਲਾ ਨਹੀਂ ਛੱਡਦਾ। ਵਕਤੀ ਤੌਰ ਤੇ ਸ਼ੈਤਾਨ ਖੁਸ਼ ਹੁੰਦਾ ਪਿਆ ਕਿ ਮੈਂ ਅਪਸੈਟ ਹਾਂ, ਪਰ ਮੈਂ ਉਹਨੂੰ ਅੰਡਰ ਦੇ ਫੀਟ ਕੀਤਾ ਫਿਰ ਕੱਲ ਸ਼ਾਮ ਨੂੰ, ਔਰ ਮੈਂ ਪ੍ਰਾਰਥਨਾ ਕੀਤੀ। ਮੈਂ ਕਿਹਾ ਪਰਮੇਸ਼ਰ ਇਹ ਬਿਲਡਿੰਗ ਤੋਂ ਮੇਰੇ ਕੋਲੋਂ ਲੈ ਲੈ, ਔਰ ਮੈਨੂੰ ਜੋਏ ਔਰ ਪੀਸ ਦੇ, ਮੇਰੇ ਘਰ ਨੂੰ, ਮੇਰੇ ਪਰਿਵਾਰ ਨੂੰ, ਮੇਰੇ ਦੁਸ਼ਮਣਾਂ ਨੂੰ, ਮੇਰੇ ਨੇਬਰਾਂ ਨੂੰ, ਮੇਰੇ ਜੋ ਫੈਮਿਲੀ ਫਰੈਂਡ ਹੈ ਉਹਨਾਂ ਨੂੰ ਪੀਸ ਔਰ ਜੋਏ ਦੇ, ਤਾਂ ਕਿ ਪਰਮੇਸ਼ਰ ਜੀ ਤੁਸੀਂ ਵਚਨਾਂ 'ਚ ਲਿਖਿਆ ਅਗਰ ਤੁਹਾਡੇ ਦੁਸ਼ਮਣ ਤੁਹਾਨੂੰ ਤੰਗ ਕਰਦੇ ਆ ਉਹਨਾਂ ਨੂੰ ਕਰਸ ਨਾ ਕਰੋ, ਉਹਨਾਂ ਦੇ ਲਈ ਪ੍ਰਾਰਥਨਾ ਕਰੋ। ਤਾਂ ਕਰਕੇ ਪਰਮੇਸ਼ਰ ਜੀ ਅਸੀਂ ਤੁਹਾਡੀ ਹੁਕਮ ਦੀ ਪਾਲਣਾ ਕਰਦੇ ਹਾਂ। ਹੁਣ ਇਸ ਟਾਈਮ ਮੈਂ ਵੀਕ ਔਰ ਕਮਜ਼ੋਰ ਆ, ਮੈਨੂੰ ਜੋਏ ਔਰ ਪੀਸ ਦਿਓ। ਫਿਰ ਕੱਲ ਸ਼ਾਮ ਨੂੰ ਜਦੋਂ ਮੈਂ ਪ੍ਰਾਰਥਨਾ ਕਰਕੇ ਹਟੀ ਤੇ ਪਰਮੇਸ਼ਰ ਦੀ ਜੋਏ ਔਰ ਪੀਸ ਮੇਰੇ ਕੋਲ ਉਸੇ ਵਕਤ ਆ ਗਿਆ, ਔਰ ਸ਼ੈਤਾਨ ਦਾ ਮੂੰਹ ਕਾਲਾ ਹੋ ਗਿਆ, ਆਮੀਨ। ਇਸ ਤਰ੍ਹਾਂ ਸਾਨੂੰ ਹਮੇਸ਼ਾ ਪਰਮੇਸ਼ਰ ਦੇ ਵਚਨਾਂ 'ਚ ਵਧਣਾ ਚਾਹੀਦਾ ਹੈ, ਔਰ ਸੋਚਣਾ ਚਾਹੀਦਾ ਹੈ, ਔਰ ਪਰਮੇਸ਼ਰ ਦੀ ਬਾਈਬਲ ਪੜ੍ਹਨੀ ਚਾਹੀਦੀ ਹੈ। ਹਰ ਟੈਂਪਟੇਸ਼ਨ ਆਉਂਦੇ ਹੈ, ਇਗਨੋਰ ਨਾ ਕਰੋ, ਵੋਇਡ ਨਾ ਕਰੋ। ਪਰਮੇਸ਼ਰ ਕੋਲ ਮੰਗੋ, ਤੁਹਾਨੂੰ ਤਾਕਤ ਔਰ ਸ਼ਕਤੀ ਦਿੰਦਾ ਹੈ। ਤੇ ਜਿਹੜੇ ਕਮਜ਼ੋਰ ਨੇ, ਨੇਚਰ 'ਚ ਵੀਕ ਨੇ, ਉਹ ਆਪਣੀ ਵੀਕਨੈਸ ਦਿਖਾ ਕੇ ਗਿਰ ਜਾਂਦੇ ਆ, ਤੇ ਉਹਨਾਂ ਦੇ ਘਰ 'ਚ ਸ਼ੈਤਾਨ ਹੋਰ ਸਾਰੇ ਜ਼ਿਆਦਾ ਹਮਲੇ ਕਰਕੇ ਉਹਨਾਂ ਨੂੰ ਇੰਨਾ ਨੋਚ ਦਿੰਦਾ, ਇੰਨਾ ਡੁਬੋ ਦਿੰਦਾ ਇੰਨਾ ਨੀਚੇ, ਉਹ ਵਿਚਾਰੇ ਉੱਠ ਨਹੀਂ ਸਕਦੇ। ਸਾਨੂੰ ਸਾਰਿਆਂ ਨੂੰ ਉਹਨਾਂ ਦੇ ਲਈ ਪ੍ਰਾਰਥਨਾ ਕਰਨੀ ਹੈ, ਕਿਉਂਕਿ ਪਰਮੇਸ਼ਰ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਮਜ਼ਬੂਤੀ ਔਰ ਤਾਕਤ ਔਰ ਸ਼ਕਤੀ ਦੇਵੇ, ਕਿਉਂਕਿ ਯਿਸੂ ਮਸੀਹ ਸਾਡੀ ਫਾਊਂਡੇਸ਼ਨ ਹੈ, ਸਾਡਾ ਢਾਲ ਹੈ, ਸਾਡਾ ਚਾਨਣ ਹੈ, ਸਾਡੀ ਚਟਾਨ ਹੈ, ਆਮੀਨ। ਸਾਨੂੰ ਡਰਨਾ ਨਹੀਂ। ਵਕਤ ਤੌਰ ਤੇ ਅਸੀਂ ਘਬਰਾ ਜਾਂਦੇ ਹਾਂ। ਜਦੋਂ ਤੁਸੀਂ ਦੇਖੋ ਨਾ ਤੁਸੀਂ ਘਬਰਾਏ ਹੋ, ਤੁਹਾਡੇ ਕੋਈ ਫੈਮਿਲੀ ਫਰੈਂਡ ਆ ਗਿਆ, ਉਹਨਾਂ ਨੂੰ ਘਰ 'ਚ ਨਾ ਬੁਲਾਵੋ, ਤਾਂ ਕਿ ਤੁਸੀਂ ਜਿੰਦਾ ਪਰਮੇਸ਼ਰ ਦੇ ਨਾਮ 'ਚ, ਯਿਸੂ ਮਸੀਹ ਦੇ ਨਾਮ 'ਚ ਇੱਕ ਮਿਸਾਲ ਹੋ। ਤੁਸੀਂ ਕੀ ਹੋ, ਕੀ ਸੀ, ਹੁਣ ਕੀ ਹੋ। ਇਸ ਲਈ ਪਰਮੇਸ਼ਰ ਦੇ ਸਾਹਮਣੇ ਅਸੀਂ ਇੱਕ ਮਿਸਾਲ ਬਣਨਾ ਹੈ, ਜਿੰਦਾ ਬਾਪ ਯਹੋਵਾ ਜਰੀ ਦੇ ਨਾਮ 'ਚ, ਆਮੀਨ। ਕਿਉਂਕਿ ਮੇਰਾ ਜਿੰਦਾ ਪਰਮੇਸ਼ਰ ਨੇ ਮੈਨੂੰ ਮੁਕਤ ਕੀਤਾ, ਮੈਨੂੰ ਬਿਮਾਰੀਆਂ ਤੋਂ, ਮੈਨੂੰ ਖਤਰਿਆਂ ਤੋਂ, ਮੈਨੂੰ ਹਰ ਚੀਜ਼ਾਂ ਤੋਂ ਛੁਟਕਾਰਾ ਦਿੱਤਾ ਹੈ। ਔਰ ਪਰਮੇਸ਼ਰ ਮੇਰੇ ਪਰਿਵਾਰ ਤੇ, ਮੇਰੇ ਖਾਨਦਾਨ ਤੇ, ਮੇਰੇ ਫੈਮਿਲੀ ਫਰੈਂਡਾਂ ਤੇ, ਮੇਰੇ ਬੱਚਿਆਂ ਤੇ, ਮੇਰੇ ਬੱਚਿਆਂ ਦੇ ਬੱਚਿਆਂ ਤੇ, ਮੇਰੇ ਦੁਸ਼ਮਣਾਂ ਨੂੰ, ਮੇਰੇ ਦੁਸ਼ਮਣਾਂ ਦੇ ਬੱਚਿਆਂ ਨੂੰ ਵੀ ਬਲੈਸ ਕਰੇਗਾ, ਔਰ ਮਸਾ ਕਰੇਗਾ, ਔਰ ਹੰਬਲ ਕਰੇਗਾ, ਇਨ ਜੀਸਸ ਨੇਮ, ਆਮੀਨ। ਮੈਂ ਹੁਣ ਪ੍ਰਾਰਥਨਾ ਕਰਦੀ ਹਾਂ, ਫਿਰ ਤੁਹਾਨੂੰ ਵਚਨ ਸੁਣਾਉਂਦੀ ਹਾਂ ਯਿਸੂ ਮਸੀਹ ਦੇ ਨਾਮ 'ਚ। ਪਿਆਰੇ ਪਿਤਾ ਪਰਮੇਸ਼ਰ, ਮੈਂ ਤੇਰਾ ਧੰਨਵਾਦ ਕਰਦੀ ਹਾਂ, ਤੇਰਾ ਸ਼ੁਕਰਗੁਜ਼ਾਰ ਕਰਦੀ ਹਾਂ, ਤੇਰੀ ਮਹਿਮਾ ਹੋ। ਪਿਤਾ ਪਰਮੇਸ਼ਰ, ਜਿਸ ਤਰ੍ਹਾਂ ਤੁਹਾਡੀ ਬਾਸ਼ੀ ਸਵਰਗਾਂ 'ਚ ਪੂਰੀ ਹੁੰਦੀ ਹੈ, ਤੁਹਾਡੀ ਬਾਸ਼ੀ ਏਰ ਤੇ, ਅਰਥ ਤੇ, ਕੌਮ ਤੇ, ਹਰ ਜਾਤੀ 'ਚ, ਹਰ ਜ਼ੁਬਾਨ ਤੇ ਪੂਰੀ ਹੋ, ਇਨ ਜੀਸਸ ਨੇਮ, ਆਮੀਨ। ਪਿਤਾ ਜੀ ਮੈਨੂੰ ਪਵਿੱਤਰ ਆਤਮਾ ਹੋਲੀ ਸਪਿਰਿਟ ਨਾਲ ਮਸਾ ਕਰੋ। ਪਵਿੱਤਰ ਆਤਮਾ ਹੋਲੀ ਸਪਿਰਿਟ ਮੈਂ ਤੁਹਾਨੂੰ ਰਿਸੀਵ ਕਰਦੀ ਹਾਂ, ਇਨ ਜੀਸਸ ਨੇਮ, ਆਮੀਨ। ਪਿਤਾ ਜੀ ਮੈਨੂੰ ਹੋਲੀ ਗੋਸਟ ਦੀ ਅੱਗ ਦੀ ਫੇਅਰ ਨਾਲ ਫੀਲ ਕਰੋ, ਔਰ ਮੈਨੂੰ ਸਮਝ ਔਰ ਮੈਨੂੰ ਅੰਡਰਸਟੈਂਡਿੰਗ ਦਿਓ, ਮੈਂ ਕੌਮ ਦੇ ਲਈ ਪ੍ਰਾਰਥਨਾ ਕਿੱਦਾਂ ਕਰਨਾ ਹੈ, ਆਮੀਨ। ਪਿਆਰੇ ਪਿਤਾ ਪਰਮੇਸ਼ਰ, ਪੂਰੇ ਵਰਲਡ ਦੇ ਮੀਡੀਆ ਨੂੰ, ਗੌਰਮੈਂਟ ਨੂੰ, ਸਕੂਲ, ਨਰਸਰੀ, ਕਾਲਜ, ਯੂਨੀਵਰਸਿਟੀ ਬੱਚਿਆਂ ਨੂੰ, ਨੇਬਰਾਂ ਨੂੰ, ਸੜਕਾਂ ਨੂੰ, ਮੋਟਰਵੇਆਂ ਨੂੰ, ਗ੍ਰੀਨਵੇਆਂ ਨੂੰ, ਪਾਰਕਾਂ ਨੂੰ, ਜੋ ਲੋਕੀ ਘਰਾਂ 'ਚ ਬਿਮਾਰ ਨੇ, ਕਿਸੇ ਵੀ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਝਗੜੇ ਹੋਏ ਨੇ, ਉਹਨਾਂ ਨੂੰ, ਉਹਨਾਂ ਦੇ ਬਿਸਤਰੇ, ਉਹਨਾਂ ਦੇ ਫੂਡ ਨੂੰ,
पूरे वर्ल्ड ਨੂੰ ਯਿਸੂ ਪਿਤਾ ਦੇ ਪਾਕ ਤੇ ਪਵਿੱਤਰ ਖੂਨ ਚ ਪਾਣੇ ਇਨ ਜੀਸਸ ਨੇਮ ਆਮੇਨ। ਫਾਦਰ ਜੀ, ਜੋ ਲੋਕ ਜਨਾਹਕਾਰੀਆਂ ਕਰਦੇ ਨੇ, ਚੋਰੀਆਂ ਕਰਦੇ ਨੇ, ਲੋਭ ਲਾਲਚ ਨਾਲ ਦੂਸਰਿਆਂ ਨੂੰ ਡਿਸਟਰੋਏ ਕਰਦੇ ਨੇ, ਉਹ ਸਾਰਿਆਂ ਡਿਮੋਨਿਕ ਬਦਰੂਆਂ ਨੂੰ ਜਿੰਦਾ ਬਾਪ ਯਹੋਵਾ ਦੀ ਯਿਸੂ ਮਸੀਹ ਦੇ ਨਾਮ 'ਚ ਧਰਤੀ ਤੇ ਬੰਨ ਦਿੰਦੇ ਆ ਇਨ ਜੀਸਸ ਨੇਮ ਆਮੇਨ। ਪਿਆਰੇ ਪਿਤਾ ਪਰਮੇਸ਼ਰ, ਜੋ ਕੁਛ ਮੈਂ ਧਰਤੀ ਤੇ ਬਣਿਆ ਤੁਸੀਂ ਆਕਾਸ਼ ਦੀਆਂ ਖਿੜਕੀਆਂ ਖੋਲ ਕੇ ਬੰਨਣਾ ਯਿਸੂ ਮਸੀਹ ਦੇ ਨਾਮ 'ਚ ਮੰਗਦੀਆਂ ਆਮੀਨ। ਚਰਚ ਦੇ ਮੈਂਬਰਾਂ ਨੂੰ, ਲੀਡਰ ਨੂੰ, ਸੈੱਲ ਗਰੁੱਪ ਲੀਡਰਾਂ ਨੂੰ, ਕਲੀਸਿਆ ਨੂੰ, ਪਾਸਟਰਾਂ ਨੂੰ, ਔਰ ਜੋ ਵਰਸ਼ਿਪ ਕਰਦੇ ਨੇ ਭੈਣਾਂ ਭਰਾ ਜ਼ੂਮ ਤੇ ਟੈਲੀਵਿਜ਼ਨ ਦੇ ਜ਼ੂਮ ਤੇ ਆਨਲਾਈਨ ਤੇ ਪਿਤਾ ਜੀ, ਉਹ ਜੋ ਵੀ ਬਰਕਤਾਂ ਉਹਨਾਂ ਦੀਆਂ ਜ਼ਿੰਦਗੀ 'ਚ ਤੁਸੀਂ ਰਿਲੀਜ਼ ਕਰਦੇ ਹੋ ਪਾਸਟਰਾਂ ਦੇ ਥਰੂ, ਕਲੀਸਿਆ ਦੇ ਥਰੂ, ਪਿਤਾ ਜੀ ਉਹਨਾਂ ਨੂੰ ਢੇਰ ਸਾਰੀ ਬਰਕਤ ਦੇਣਾ, ਉਹਨਾਂ ਨੂੰ ਮਸਾ ਕਰਨਾ, ਉਹਨਾਂ ਨੂੰ ਅਕਲ ਬੁੱਧੀ ਦੇਣਾ, ਉਹਨਾਂ ਨੂੰ ਯਿਸੂ ਮਸੀਹ ਦੇ ਹੁਕਮ ਦੀ ਪਾਲਣਾ ਕਰਨੀ ਸਿਖਾਉਣਾ ਇਨ ਜੀਸਸ ਨੇਮ ਆਮੇਨ। ਜੋ ਗੈਰ ਕੌਮ ਦੇ ਭੈਣ ਔਰ ਭਰਾ ਤੁਹਾਡੇ ਅੱਗੇ ਆਪਣੀ ਫਰਿਆਦ ਲੈ ਕੇ ਆਉਣਾ ਪਿਤਾ ਜੀ, ਆਪਣੇ ਸ਼ਾਹੀ ਖਜ਼ਾਨੇ 'ਚ ਉਹਨਾਂ ਦੀ ਪ੍ਰਾਰਥਨਾ ਨੂੰ ਸੁਣ ਕੇ ਉਹਨਾਂ ਦਾ ਡਿਜ਼ਾਇਰ ਨੂੰ ਪੂਰਾ ਕਰਨਾ ਇਨ ਜੀਸਸ ਨੇਮ ਆਮੇਨ। ਔਰ ਜੋ ਵੀ ਲੋਕਾਂ ਨੇ ਇਸ ਸਾਲ 'ਚ, ਇਸ ਮਹੀਨੇ 'ਚ ਕਿਸੇ ਨੂੰ ਫੈਮਿਲੀ ਨੂੰ ਲੋਸਟ ਕੀਤਾ ਪਿਤਾ ਜੀ, ਉਹਨਾਂ ਨੂੰ ਕੰਫਰਟ, ਉਹਨਾਂ ਨੂੰ ਪੀਸ ਔਰ ਉਹਨਾਂ ਨੂੰ ਸ਼ਾਂਤੀ ਦੇਣਾ ਯਿਸੂ ਮਸੀਹ ਦੇ ਨਾਮ 'ਚ ਮੰਗਦੀਆਂ ਆਮੀਨ ਆਮੀਨ। ਹੁਣ ਮੈਂ ਤੁਹਾਨੂੰ ਯਿਸੂ ਮਸੀਹ ਦੇ ਵਚਨਾਂ ਨੂੰ ਸ਼ੇਅਰ ਕਰਦੀ ਹਾਂ ਔਰ ਬਾਈਬਲ ਨੂੰ ਖੋਲ੍ਹ ਲਓ। ਅਗਰ ਬਾਈਬਲ ਨਹੀਂ ਹੈਗੀ ਤਾਂ ਵਚਨਾਂ ਨੂੰ ਸੁਣ ਲਓ ਤੇ ਪਰਮੇਸ਼ਰ ਕੋਲ ਜੋ ਮੰਗੋਗੇ ਤੁਹਾਨੂੰ ਜ਼ਰੂਰ ਮਿਲੇਗਾ, ਪਰ ਸੱਚੇ ਤੇ ਪਿਓਰ ਦਿਲ ਦੇ ਨਾਲ ਮੰਗਣਾ, ਸ਼ੱਕ ਔਰ ਵਹਿਮ ਨਹੀਂ ਕਰਨਾ। ਜੇ ਜਿੱਥੇ ਸ਼ੱਕ ਔਰ ਵਹਿਮ ਹੁੰਦਾ ਨਾ, ਉੱਥੇ ਪਰਮੇਸ਼ਰ ਦੀ ਪ੍ਰਾਰਥਨਾ ਕੰਮ ਨਹੀਂ ਕਰਦੀ। ਹਾਂ, ਤੁਹਾਨੂੰ ਸ਼ੈਤਾਨ ਤੁਹਾਡੀ ਵੀਕ ਨੂੰ, ਜਿਹੜੀ ਤੁਹਾਡੀ ਬੋਡੀ ਦੇ ਵਿੱਚ, ਤੁਹਾਡੀ ਘਰ ਦੇ ਵਿੱਚ ਵੀਕਨੈਸ ਹੈ, ਉਹਨੂੰ ਫੜਦਾ ਹੈ। ਥੋੜੇ ਚਿਰ ਲਈ ਉਹ ਤੁਹਾਡਾ ਨੁਕਸਾਨ ਕਰੇਗਾ, ਪਰ ਉਹ ਹਮੇਸ਼ਾ ਲਈ ਤੁਹਾਡਾ ਨੁਕਸਾਨ ਨਹੀਂ ਕਰੇਗਾ, ਕਿਉਂਕਿ ਪਰਮੇਸ਼ਰ ਦੀ ਬਾੜ, ਯਿਸੂ ਮਸੀਹ ਦਾ ਖੂਨ ਤੁਹਾਡੇ ਪਰਿਵਾਰ ਤੇ, ਤੁਹਾਡੇ ਬੱਚਿਆਂ ਤੇ, ਤੁਹਾਡੇ ਬੱਚਿਆਂ ਦੇ ਬੱਚਿਆਂ ਦੇ, ਤੁਹਾਡੇ ਘਰਾਂ 'ਚ ਜਿੰਦਾ ਬਾਪ ਯਹੋਵਾ ਦਾ ਮਸਾ ਔਰ ਸ਼ਕਤੀ ਔਰ ਪਾਵਰ ਤੁਹਾਡੇ ਘਰਾਂ 'ਚ। ਇਸ ਲਈ ਥੋੜਾ ਚਿਰ ਲਈ ਤੁਸੀਂ ਘਬਰਾਓਗੇ, ਵੀਕ ਹੋਵੋਗੇ, ਪਰ ਪਲੀਜ਼ ਮੈਂ ਫੇਵਰ ਹੰਬਲ ਰਿਕੁਐਸਟ ਕਰਦੀ ਹਾਂ, ਵੋਇਡ ਨਾ ਕਰਨਾ ਤੇ ਇਗਨੋਰ ਨਾ ਕਰਨਾ, ਪ੍ਰਭੂ ਦੇ ਹੁਕਮ ਦੀ ਪਾਲਣਾ ਕਰਨਾ ਔਰ ਤੁਹਾਨੂੰ ਪਰਮੇਸ਼ਰ ਡੁੱਬਣ ਤੋਂ ਬਚਾ ਸਕਦਾ ਹੈ। ਸਿਰਫ ਜਿੰਦਾ ਪਰਮੇਸ਼ਰ ਬਚਾ ਸਕਦਾ, ਕੋਈ ਇਨਸਾਨ ਨਹੀਂ ਬਚਾ ਸਕਦਾ ਇਨ ਜੀਸਸ ਨੇਮ ਆਮੇਨ। ਅਗਰ ਮੈਂ ਕਹਾਂ ਕਿ ਮੇਰੇ ਬੱਚਿਆਂ ਕੋਲ ਕੋਈ ਪ੍ਰੋਬਲਮ, ਮੇਰੇ ਦੂਜੇ ਬੱਚੇ ਮੇਰੇ ਬੱਚਿਆਂ ਨੂੰ ਬਚਾਉਣਗੇ, ਨਹੀਂ। ਜੇ ਮੇਰੇ ਫੈਮਿਲੀ ਜਾਂ ਮੇਰੇ ਪਰਿਵਾਰ ਦੇ ਮੇਰੇ ਬੱਚਿਆਂ ਨੂੰ ਬਚਾਉਣਗੇ, ਨਹੀਂ। ਜਿੰਦਾ ਪਰਮੇਸ਼ਰ ਮੇਰੇ ਬੱਚਿਆਂ ਨੂੰ ਬਚਾਉਣਗੇ, ਮੇਰੇ ਬੱਚਿਆਂ ਦੇ ਬੱਚਿਆਂ ਨੂੰ ਜਿੰਦਾ ਪਰਮੇਸ਼ਰ ਬਚਾਉਣਗੇ, ਔਰ ਮੇਰੇ ਦੁਸ਼ਮਣਾਂ ਨੂੰ, ਮੇਰੇ ਦੁਸ਼ਮਣਾਂ ਦੇ ਬੱਚਿਆਂ ਨੂੰ ਮੇਰੇ ਜਿੰਦਾ ਪਰਮੇਸ਼ਰ ਬਚਾਉਣਗੇ। ਔਰ ਮੇਰੇ ਫਾਦਰ ਇੰਡੀਆ 'ਚ, ਪਾਪਾ ਜੀ ਠੀਕ ਨਹੀਂ ਲੁਧਿਆਣਾ ਵਿੱਚ, ਮੇਰੇ ਪਰਮੇਸ਼ਰ ਦਾ ਮਸਾ ਉਹਨਾਂ ਦੇ ਉੱਤੇ ਹੈਗਾ, ਕਿਉਂਕਿ ਮੈਂ ਉਹਨਾਂ ਦੀ ਜਿੰਦਾ ਪਰਮੇਸ਼ਰ ਯਿਸੂ ਮਸੀਹ ਦੀ ਸਵਰਗਾਂ ਦੀ ਬੇਟੀ ਹਾਂ। ਔਰ ਇਸ ਦੁਨੀਆ ਦੇ ਫਾਦਰ ਦੇ ਲਈ ਮੈਂ ਪ੍ਰਾਰਥਨਾ ਸਵੇਰੇ ਕਰ ਚੁੱਕੀ ਹਾਂ, ਔਰ ਮੇਰੇ ਪਿਤਾ ਨੇ ਉਹਨਾਂ ਨੂੰ ਹੀਲਿੰਗ ਟੱਚ ਵੀ ਦੇਣੀ ਹੈ, ਔਰ ਮੇਰੇ ਪਿਤਾ ਨੂੰ ਉਹਨਾਂ ਨੂੰ ਪੀਸ ਔਰ ਹੰਬਲ ਵੀ ਦੇਣਾ ਹੈ ਜਿੰਦਾ ਪਰਮੇਸ਼ਰ ਯਿਸੂ ਦੇ ਨਾਮ 'ਚ ਆਮੀਨ। ਇਬਰਾਨੀਆਂ ਦਾ ਖੱਤ ਚੈਪਟਰ 1 ਤੋਂ ਲੈ ਕੇ 14 ਵਰਸ ਤੱਕ ਮੈਂ ਪੜਾਂਗੀ। ਇਬਰਾਨੀਆਂ 5 ਚੈਪਟਰ 1 ਤੋਂ ਲੈ ਕੇ 14 ਵਰਸ ਤੱਕ ਨੇ। ਆਮੀਨ। ਹਰ ਯਹੂਦੀ ਸਰਦਾਰ ਜਾਜਕ ਲੋਕਾਂ ਵਿੱਚ ਚੁਣੇ ਜਾਂਦੇ ਹਨ। ਜਾਜਕਾਂ ਨੂੰ ਉਹਨਾਂ ਗੱਲਾਂ ਨਾਲ ਕੋਈ ਸਹਾਇਤਾ ਨਹੀਂ ਕਰਨ ਦਾ ਕੰਮ, ਕਈ ਸਹਾਇਤਾ ਕਰਨ ਦਾ ਕੰਮ ਸੌਂਪਿਆ ਗਿਆ ਹੈ। ਆਮੀਨ। ਜਿਹੜੇ ਉਹ ਪਰਮੇਸ਼ਰ ਨਾਲ ਲਈ ਕਰਦੇ ਹਨ, ਉਹ ਜਾਜਕ ਨੂੰ ਪਾਪਾਂ ਲਈ ਅਤੇ ਪਰਮੇਸ਼ਰ ਨੂੰ ਤੋਹਫੇ ਅਤੇ ਕੁਰਬਾਨੀਆਂ ਅਰਪਣ ਕਰਨ ਲਈ ਚੜਾਉਣੀਆਂ ਚਾਹੀਦੀਆਂ ਹਨ। ਸਰਦਾਰ ਜਾਜਕਾਂ ਮਸੂਰ ਲੋਕਾਂ ਵਾਂਗ ਖੁਦ ਕਮਜ਼ੋਰ ਹਨ। ਪ੍ਰੇਜ ਲੋ। ਮੈਂ ਹੁਣ ਆਪਣੇ ਬਾਰੇ 'ਚ ਦੱਸਿਆ ਸੀ ਕਿ ਮੈਂ ਕੱਲ ਕਮਜ਼ੋਰ ਸੀ। ਸਰਦਾਰ ਜਾਜਕ ਮਸੂਰ ਲੋਕਾਂ ਵਾਂਗ ਖੁਦ ਕਮਜ਼ੋਰ ਹਨ, ਇਸ ਲਈ ਉਹ ਉਹਨਾਂ ਲੋਕਾਂ ਨਾਲ ਕੋਮਤਾ ਹੋ ਸਕਦੇ ਹਨ ਜਿਹੜੇ ਅਣਗਿਆਨਤੀ ਹਨ ਅਤੇ ਸਹੀ ਰਾਹ ਤੋਂ ਭਟਕ ਗਏ ਹਨ। ਸਰਦਾਰ ਜਾਜਕ ਲੋਕਾਂ ਦੇ ਪਾਪਾਂ ਲਈ ਬਲੀਆਂ ਚੜਾਉਂਦੇ ਹਨ, ਪਰ ਸਰਦਾਰ ਜਾਜਕ ਖੁਦ ਕਮਜ਼ੋਰੀ ਰੱਖਦੇ ਹਨ, ਇਸ ਲਈ ਉਸ ਨੂੰ ਖੁਦ ਦੇ ਪਾਪਾਂ ਲਈ ਵੀ ਬਲੀ ਭੇਟ ਕਰਨੀ ਚਾਹੀਦੀ ਹੈ। ਆਮੀਨ। ਸਰਦਾਰ ਜਾਜਕਾਂ ਦੀ ਤਰ੍ਹਾਂ ਨਿਯੁਕਤ ਹੋਏ ਇੱਕ ਸਹਾਇਤਾ ਹੈ, ਪਰ ਕੋਈ ਵੀ ਵਿਅਕਤੀ ਇਸ ਕਾਰਜ ਲਈ ਖੁਦ ਆਪਣੇ ਆਪ ਦੀ ਚੋਣ ਨਹੀਂ ਕਰਦਾ। ਇਸ ਵਿਅਕਤੀ ਨੂੰ ਪਰਮੇਸ਼ਰ ਵੱਲੋਂ ਅਰੋਗੀਆਂ ਲਈ ਬੁਲਾਇਆ ਜਾਣਾ ਚਾਹੀਦਾ ਹੈ। ਮਸੀਹ ਨੇ ਵੀ ਇਹੀ ਕੀਤਾ।
ਉਸਨੇ ਸਰਦਾਰ ਜਾਚਕਾਂ ਬਣਨ ਦਾ ਗੌਰ ਹਾਸਲ ਕਰਨ ਦੀ ਚੋਣ ਖੁਦ ਨਹੀਂ ਕੀਤੀ, ਸਗੋਂ ਪਰਮੇਸ਼ਰ ਨੇ ਉਸ ਨੂੰ ਚੁਣਿਆ। ਆਮੀਨ। ਪਰਮੇਸ਼ਰ ਨੇ ਮਸੀਹ ਨੂੰ ਆਖਿਆ ਕਿ ਤੂੰ ਮੇਰਾ ਪੁੱਤਰ ਹੈ, ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ। ਅਤੇ ਪੋਥੀ ਵਿੱਚ ਇੱਕ ਹੋਰ ਜਗ੍ਹਾ ਤੇ ਪਰਮੇਸ਼ਰ ਨੇ ਖੁਦ ਇਹ ਸਦਾ ਲਈ ਮਲਕੀਅਤ ਸਦੀਕੀ ਜਾਜਕ ਹੋਇਆ। ਜਦ ਮਸੀਹ ਧਰਤੀ ਉੱਪਰ ਰਹਿੰਦਾ ਹੈ ਤਾਂ ਉਸਨੇ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ ਅਤੇ ਸਹਾਇਤਾ ਦੀ ਮੰਗ ਕੀਤੀ। ਪਰਮੇਸ਼ਰ ਹੀ ਜਿਹੜਾ ਉਸ ਨੂੰ ਮੌਤ ਤੋਂ ਬਚਾ ਸਕਦਾ ਸੀ, ਅਤੇ ਯਿਸੂ ਨੇ ਪਰਮੇਸ਼ਰ ਅੱਗੇ ਉੱਚੀ ਚੀਖ ਕੇ ਹੰਝੂਆਂ ਰਾਹ ਪ੍ਰਾਰਥਨਾ ਕੀਤੀ ਅਤੇ ਪਰਮੇਸ਼ਰ ਨੇ ਯਿਸੂ ਦੀ ਪ੍ਰਾਰਥਨਾ ਦਾ ਉੱਤਰ ਦਿੱਤਾ, ਕਿਉਂਕਿ ਯਿਸੂ ਨਿੰਮਾ ਸੀ ਅਤੇ ਉਸਨੇ ਹਰ ਉਹ ਗੱਲ ਕੀਤੀ ਜਿਸ ਦਾ ਵਿੱਚ ਪਰਮੇਸ਼ਰ ਦੀ ਰਜ਼ਾ ਸੀ। ਆਮੀਨ। ਯਿਸੂ ਪਰਮੇਸ਼ਰ ਦਾ ਪੁੱਤਰ ਸੀ, ਪਰ ਯਿਸੂ ਨੇ ਖੁਦ ਦੁੱਖ ਝੱਲਿਆ ਅਤੇ ਜਿੰਨੇ ਦੁੱਖਾਂ ਰਾਹ ਉਹ ਗੁਜ਼ਰਿਆ ਅਤੇ ਤਬਦੀਲ ਦਰਦ ਸਿੱਖਿਆ। ਫਿਰ ਯਿਸੂ ਪੂਰਨ ਸੀ। ਉਹ ਉਹਨਾਂ ਸਾਰੇ ਲੋਕਾਂ ਲਈ ਕਰਨ ਲਈ ਜਿਹੜੇ ਕਿ ਸਰੀਰਕ ਮੁਕਤੀ ਪ੍ਰਾਪਤ ਕਰਨ ਲਈ ਉਸਨੇ ਮੰਨਦੇ ਸਨ, ਅਤੇ ਪਰਮੇਸ਼ਰ ਨੇ ਯਿਸੂ ਨੂੰ ਉਵੇਂ ਹੀ ਸਰਦਾਰ ਜਾਜਕ ਬਣਾਇਆ ਜਿਵੇਂ ਕਿ ਮਲਕੀਅਤ ਸਦੀਕੀ ਸੀ। ਤੁਹਾਨੂੰ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਚਾਹੀਦੀਆਂ। ਇਹ ਤੁਹਾਨੂੰ ਸਪਸ਼ਟ ਕਰ ਦੇਣੀਆਂ ਬਹੁਤ ਔਖੀਆਂ ਹਨ, ਕਿਉਂਕਿ ਤੁਸੀਂ ਸਮਝਣ ਦੇ ਇੱਛਾ ਨਹੀਂ ਹੋ। ਤੁਹਾਨੂੰ ਇੰਨਾ ਸਮਾਂ ਮਿਲ ਚੁੱਕਿਆ ਹੈ ਕਿ ਹੁਣ ਤੱਕ ਤਾਂ ਤੁਹਾਨੂੰ ਗੁਰੂ ਬਣ ਜਾਣਾ ਚਾਹੀਦਾ ਸੀ, ਪਰ ਤੁਹਾਨੂੰ ਇੱਕ ਵਾਰੀ ਫਿਰ ਪਰਮੇਸ਼ਰ ਦੇ ਉਪਦੇਸ਼ ਦੇ ਮੁੱਢ ਪਾਠ ਪੜ੍ਹਾਉਣ ਵਾਲੇ ਇੱਕ ਵਿਅਕਤੀ ਦੀ ਲੋੜ ਹੈ, ਜਿਹੜੀ ਹਾਲੇ ਵੀ ਉਪਦੇਸ਼ ਦੀ ਦੁੱਧ ਵਾਂਗ ਲੋੜ ਹੈ। ਤੁਸੀਂ ਹਾਲੇ ਠੋਸ ਖੁਰਾਕ ਲਈ ਤਿਆਰ ਨਹੀਂ ਹੋ। ਕੋਈ ਵੀ ਜਿਹੜਾ ਦੁੱਧ ਦੇ ਆਸਰੇ ਜਿਉਂਦਾ ਉਹ ਇੱਕ ਸ਼ੀਸ਼ੀ ਹੈ। ਜਿਹੜਾ ਵਿਅਕਤੀ ਸਹੀ ਉਪਦੇਸ਼ ਬਾਰੇ ਕੁਝ ਨਹੀਂ ਜਾਣਦਾ, ਪਰ ਠੋਸ ਖੁਰਾਕ ਉਹਨਾਂ ਲੋਕਾਂ ਲਈ ਹੀ ਨਹੀਂ ਹੈ ਜਿਹੜੇ ਸ਼ੀਸ਼ੀ ਵਾਂਗ ਹਨ, ਪਰ ਉਹ ਇਹਨਾਂ ਲਈ ਹੈ ਜਿਹੜੇ ਆਤਮਿਕ ਤੌਰ ਤੇ ਮੁੰਡ ਹਨ। ਪ੍ਰੇਜ਼ ਲੋਰਡ। ਉਹਨਾਂ ਦੇ ਰੋਜ਼ਾਨਾ ਪ੍ਰਮਾਣ ਦੁਆਰਾ ਉਹਨਾਂ ਨੇ ਆਪਣੇ ਆਪ ਨੂੰ ਚੰਗੇ ਅਤੇ ਬੁਰੇ ਵਿਚਾਰ ਵਿੱਚ ਫਰਕ ਕਰਨ ਲਈ ਪੱਕਾ ਕਰ ਲਿਆ ਹੈ। ਆਮੀਨ। ਇਬਰਾਨੀਆਂ ਦਾ ਖੱਤ ਚੈਪਟਰ 5 ਵਰਸ 1 ਤੋਂ ਲੈ ਕੇ 14 ਵਰਸ ਤੱਕ ਤੁਸੀਂ ਪੜ੍ਹਨਾ ਔਰ ਤੁਹਾਨੂੰ ਬਰਕਤ ਮਿਲੇਗੀ। ਆਮੀਨ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਪਰਮੇਸ਼ਰ ਦੇ ਘਰ 'ਚ ਬੜੀਆਂ ਬਰਕਤਾਂ ਨੇ, ਬੜੀਆਂ ਮਹਿਮਾਂ ਨੇ, ਬੜੀ ਬਰਕਤ ਹੈ, ਇੰਨਾ ਖਜ਼ਾਨਾ ਹੈ ਕਿ ਤੁਸੀਂ ਸਾਰੀ ਜ਼ਿੰਦਗੀ ਜਿੰਨਾ ਮਰਜ਼ੀ ਅਮੀਰ ਹੋ ਜਾਓ, ਜਿੰਨਾ ਮਰਜ਼ੀ ਕਮਾ ਕੇ ਥੱਕ ਜਾਓ, ਜਮਾ ਕਰ ਲਓ, ਐਂਡ ਤੇ ਜਦੋਂ ਤੁਸੀਂ ਗੁਜ਼ਰ ਜਾਓਗੇ ਜਾਂ ਕੋਈ ਇਨਸਾਨ ਗੁਜ਼ਰ ਜਾਂਦਾ ਹੈ, ਉਹਦੀ ਜਾਇਦਾਦ ਉਹ ਆਪਣੇ ਨਾਲ ਨਹੀਂ ਲੈ ਕੇ ਜਾਂਦਾ। ਨਾਲ ਸਿਰਫ ਉਹ ਚੀਜ਼ ਲੈ ਕੇ ਜਾਏਗਾ ਜਿਹੜਾ ਉਹਨੇ ਚੰਗਾ ਕੰਮ ਕੀਤਾ, ਕਿ ਗਰੀਬਾਂ ਦੀ ਮਦਦ ਕੀਤੀ ਹੈਗੀ, ਜਾਂ ਬੇਸਹਾਰਾ ਦੀ ਸਹਾਇਤਾ ਕੀਤੀ ਹੈਗੀ, ਜਾਂ ਬੇਰੋਜ਼ਗਾਰਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਕੀਤਾ ਹੈਗਾ, ਜਾਂ ਕਿਸੇ ਗਰੀਬ ਨੂੰ ਯਿਸੂ ਮਸੀਹ ਦੇ ਨਾਂ 'ਚ ਪਾਣੀ ਦਾ ਗਲਾਸ ਦਿੱਤਾ ਹੈਗਾ, ਜਾਂ ਕੁਝ ਕੱਪੜਾ ਦਿੱਤਾ ਹੈਗਾ, ਜਾਂ ਰੋਟੀ ਦਿੱਤੀ ਹੈਗੀ, ਉਹੀ ਤੁਹਾਡੇ ਕੰਮ ਆਉਣਾ ਹੈ। ਹੁਣ ਪੂਰੀ ਕੌਮ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਦੀ ਵਜ੍ਹਾ ਤੇ ਬਹੁਤ ਸਾਰੇ ਗਰੀਬ ਹੈ, ਬਹੁਤ ਜ਼ਿਆਦਾ ਬੇਸਹਾਰਾ ਹੈ, ਵਿਚਾਰੇ ਭੁੱਖ ਦੇ ਨਾਲ ਤੜਫ ਕੇ ਮਰ ਰਹੇ ਹੈ। ਉਹਨਾਂ ਦੇ ਬੱਚੇ ਭੁੱਖ ਦੀ ਵਜ੍ਹਾ ਤੋਂ, ਕਮਜ਼ੋਰੀ ਦੀ ਵਜ੍ਹਾ ਤੋਂ ਮਰ ਰਹੇ, ਜਿੱਦਾਂ ਕਿ ਸਾਊਥ ਅਫਰੀਕਾ 'ਚ ਦੇਖ ਲਓ, ਔਰ ਇੰਡੀਆ 'ਚ ਦੇਖ ਲਓ, ਬੰਗਲਾਦੇਸ਼ 'ਚ ਦੇਖ ਲਓ, ਹੋਰ ਕਈਆਂ ਕੰਟਰੀਆਂ 'ਚ ਦੇਖ ਲਓ। ਇੰਨੇ ਗਰੀਬ ਜ਼ਿਆਦਾ ਲੋਕ ਹੈ, ਇੰਨੇ ਗਰੀਬ ਲੋਕ ਨੇ ਕਿ ਉਹਨਾਂ ਦੇ ਬੱਚੇ ਪਿਆਸੇ ਔਰ ਭੁੱਖ ਦੀ ਤਰਫ ਤੋਂ ਮਰ ਰਹੇ ਹੈ। ਤੁਹਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਇੰਨਾ ਦਿੱਤਾ ਹੈ ਕਿ ਤੁਹਾਡੇ ਕੋਲੋਂ ਅਗਰ ਥੋੜ੍ਹਾ ਜਿਹਾ ਤੁਸੀਂ ਉਹਦੇ 'ਚ ਦਾਨ ਕਰੋਗੇ ਗਰੀਬਾਂ ਨੂੰ, ਆਪਣੀਆਂ ਦੂਜੀਆਂ ਕੰਟਰੀਆਂ 'ਚ ਜਾ ਕੇ, ਤੇ ਤੁਹਾਡੇ ਘਰ ਦੇ ਵਿੱਚ ਪਰਮੇਸ਼ਰ ਬਹੁਤ ਸਾਰੀਆਂ ਖੁਸ਼ੀਆਂ ਔਰ ਢੇਰ ਸਾਰੇ ਖਜ਼ਾਨਿਆਂ ਦੀਆਂ ਬਰਕਤਾਂ ਨੂੰ ਰਿਲੀਜ਼ ਕਰੇਗਾ। ਆਮੀਨ। ਹੁਣ ਮੈਂ ਤੁਹਾਨੂੰ ਯਿਸੂ ਮਸੀਹ ਦੇ ਨਾਂ 'ਚ ਜੈ ਮਸੀਹ ਦੀ ਕਹਿੰਦੀ ਹਾਂ। ਤੇ ਫਿਰ ਜਦੋਂ